ਮੱਧਕਾਲ ਦੇ ਸਮੁੱਚੇ ਸੰਤਾਂ ਭਗਤਾਂ ਵਿੱਚ ਭਗਤ ਕਬੀਰ ਜੀ ਨੂੰ ਭਰਪੂਰ ਮਾਣ ਪ੍ਰਾਪਤ ਹੈ। ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵੀ ਭਗਤ ਕਬੀਰ ਜੀ ਨੂੰ ਭਗਤਾਂ ਦੀ ਸੂਚੀ ਵਿੱਚ ਪਹਿਲੀ ਥਾਂ ਦਿੱਤੀ ਹੈ। ਭਗਤ ਕਬੀਰ ਜੀ ਦਾ ਜਨਮ 1398 ਈਸਵੀ ਨੂੰ ਬਨਾਰਸ ਵਿੱਚ ਹੋਇਆ। ਉਹਨਾਂ ਦੇ ਪਿਤਾ ਨੀਰਉਦੀਨ ਜੀ ਅਤੇ ਮਾਤਾ ਨੀਮਾ ਜੀ ਸਨ। ਭਗਤ ਕਬੀਰ ਜੀ ਦੇ ਮਾਤਾ ਪਿਤਾ ਜੀ ਘਰ ਵਿੱਚ ਹੀ ਕੱਪੜਾ ਬੁਣਨ ਦਾ ਕੰਮ ਕਰਦੇ ਸਨ ਅਤੇ ਆਪ ਜੀ ਉਹਨਾਂ ਨਾਲ ਹੀ ਕੰਮ ਵਿੱਚ ਹੱਥ ਵਟਾਉਂਦੇ ਸਨ। ਦਸਾਂ ਨਹੁੰਆਂ ਦੀ ਕਿਰਤ ਕਰਦਿਆਂ ਆਪ ਜੀ ਦੀ ਸੁਰਤ ਹਮੇਸ਼ਾ ਵਾਹਿਗੁਰੂ ਦੇ ਚਰਨਾਂ ਵਿੱਚ ਹੀ ਰਹਿੰਦੀ। ਆਪ ਜੀ ਦਾ ਜੀਵਨ ਬਹੁਤ ਹੀ ਸਾਦਾ, ਸੰਜਮੀ ਤੇ ਸੰਤੋਖੀ ਸੀ। ਆਪ ਜੀ ਦਾ ਵਿਆਹ ਬੀਬੀ ਲੋਈ ਜੀ ਨਾਲ ਹੋਇਆ। ਲੋਈ ਜੀ ਬਹੁਤ ਹੀ ਆਗਿਆਕਾਰੀ ਸਨ ਤੇ ਭਗਤ ਕਬੀਰ ਜੀ ਵਾਂਗ ਹੀ ਸੰਤੋਖੀ ਤੇ ਸਿਦਕਵਾਨ ਵੀ ਸਨ। ਆਪ ਜੀ ਦਾ ਇੱਕ ਪੁੱਤਰ ਕਮਾਲਾ ਤੇ ਇੱਕ ਧੀ ਕਮਾਲੀ ਸੀ ਤੇ ਦੋਵੇਂ ਬੱਚੇ ਹੀ ਬਹੁਤ ਨੇਕ ਆਚਰਣ ਵਾਲੇ ਸਨ। ਭਗਤ ਕਬੀਰ ਜੀ ਦੇ ਮਾਤਾ ਪਿਤਾ ਦੇ ਮੁਸਲਮਾਨ ਹੋਣ ਕਾਰਨ ਉਹ ਭਗਤ ਜੀ ਨੂੰ ਵੀ ਮੁਸਲਮਾਨੀ ਮਤ ਵੱਲ ਲਿਆਉਣਾ ਚਾਹੁੰਦੇ ਸਨ, ਪਰ ਆਪ ਜੀ ਦੀ ਰੁਚੀ ਰਾਮ ਨਾਮ ਜਪਣ ਵੱਲ ਵਧੇਰੇ ਸੀ। ਪਰ ਪੰਡਤ ਆਪ ਜੀ ਨੂੰ ਜੁਲਾਹਾ ਹੋਣ ਕਾਰਨ ਸ਼ੂਦਰ ਸਮਝਦੇ ਸਨ। ਉਸ ਵੇਲੇ ਸ਼ੂਦਰਾਂ ਨੂੰ ਰਾਮ ਨਾਮ ਜਪਣ ਦਾ ਕੋਈ ਅਧਿਕਾਰ ਨਹੀਂ ਸੀ। ਭਗਤ ਕਬੀਰ ਜੀ ਦਾ ਸੁਭਾਅ ਸੂਰਬੀਰਾਂ ਵਾਲਾ ਨਿਰਭਉ ਸੀ। ਭਾਵੇਂ ਸਮਕਾਲੀ ਬਾਦਸ਼ਾਹ ਸਿਕੰਦਰ ਲੋਧੀ ਹੋਵੇ ਜਾਂ ਮੁਲਾਣਿਆਂ ਦੀਆਂ ਉੱਚ ਧਾਰਮਿਕ ਸ਼ਖਸੀਅਤਾਂ ਤੇ ਜਾਂ ਭਾਵੇਂ ਬਨਾਰਸ ਦੇ ਉੱਚ ਪੰਡਤਾਂ ਦੀ ਗੱਲ ਹੋਵੇ, ਭਗਤ ਜੀ ਕਿਸੇ ਤੋਂ ਨਹੀਂ ਡਰੇ ਅਤੇ ਨਾ ਹੀ ਪਦਾਰਥਵਾਦੀਆਂ ਅੱਗੇ ਝੁਕੇ, ਸਗੋਂ ਆਪ ਹੱਕ ਸੱਚ ਤੇ ਦ੍ਰਿੜ ਰਹੇ। ਭਗਤ ਕਬੀਰ ਜੀ ਦੀ ਦ੍ਰਿਸ਼ਟੀ ਸਮਦ੍ਰਿਸ਼ਟੀ ਸੀ। ਉਹਨਾਂ ਦੀ ਨਿਗਾਹਾਂ ਵਿੱਚ ਜੋਗੀ, ਮੁੱਲਾ ਮੁਲਾਣੇ, ਪੰਡਤ, ਗੁਣੀ ਗਿਆਨੀ, ਗਰੀਬ ਅਮੀਰ ਸਭ ਇੱਕ ਖੁਦਾ ਦੀ ਹੀ ਬਰਾਬਰ ਸੰਤਾਨ ਸਨ। ਉਹ ਸਮਾਜਕ ਧਾਰਮਿਕ ਬੁਰਾਈਆਂ ਅਤੇ ਅੰਨੇ ਕੱਟੜਵਾਦ ਦੇ ਸਖਤ ਖਿਲਾਫ ਸਨ। ਬਾਹਰੀ ਧਾਰਮਿਕ ਵਿਖਾਵਿਆਂ, ਕਰਮਕਾਂਡਾਂ ਅਤੇ ਨਿਰਾਰਥਕ ਪੂਜਾ ਵਿਧੀਆਂ ਦੇ ਵਿਰੁੱਧ ਸਨ। ਇਸੇ ਕਰਕੇ ਹੀ ਬ੍ਰਾਹਮਣ ਵਰਗ ਉਹਨਾਂ ਤੋਂ ਨਿਰਾਸ਼ ਸੀ। ਦੂਜੇ ਪਾਸੇ ਮੁਸਲਮਾਨ ਵਰਗ ਵੀ ਆਪ ਜੀ ਨਾਲ ਔਖਾ ਸੀ, ਕਿਉਂਕਿ ਭਗਤ ਕਬੀਰ ਜੀ ਕਿਸੇ ਵੀ ਅੰਨੇ ਕੱਟੜਵਾਦ ਨੂੰ ਨਹੀਂ ਮੰਨਦੇ ਸਨ। ਭਗਤ ਕਬੀਰ ਜੀ ਪ੍ਰਤੀ ਲੋਕਾਂ ਦਾ ਅਥਾਹ ਪਿਆਰ ਤੇ ਸ਼ਰਧਾ ਦਿਨੋਂ ਦਿਨ ਵੱਧਦੀ ਜਾ ਰਹੀ ਸੀ। ਭਗਤ ਜੀ ਦੀ ਨਿਰੰਤਰ ਚੜ੍ਹਦੀ ਕਲਾ ਨੂੰ ਰੋਕਣ ਲਈ ਉਹਨਾਂ ਦੇ ਵਿਰੋਧੀਆਂ ਨੇ ਬਾਦਸ਼ਾਹ ਸਿਕੰਦਰ ਲੋਧੀ ਕੋਲ ਉਹਨਾਂ ਦੀ ਸ਼ਿਕਾਇਤ ਕਰ ਦਿੱਤੀ। ਬਾਦਸ਼ਾਹ ਨੇ ਹੁਕਮ ਕੀਤਾ ਕਿ ਕਬੀਰ ਕਾਫਰ ਹੈ, ਇਸ ਨੂੰ ਲੋਹੇ ਦੇ ਸੰਗਲ ਨਾਲ ਬੰਨ੍ਹ ਕੇ ਗੰਗਾ ਵਿੱਚ ਡੁਬੋ ਕੇ ਮਾਰ ਦਿੱਤਾ ਜਾਵੇ। ਪਰ ਆਪ ਜੀ ਜ਼ੁਲਮ ਅੱਗੇ ਝੁਕੇ ਨਹੀਂ ਤੇ ਇਸ ਅਤਿਆਚਾਰ ਦਾ ਡਟ ਕੇ ਮੁਕਾਬਲਾ ਕੀਤਾ, ਜਿਸ ਦਾ ਜ਼ਿਕਰ ਆਪ ਜੀ ਦੀ ਬਾਣੀ ਵਿੱਚ ਇੰਜ ਆਉਂਦਾ ਹੈ। ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮ੍ਰਿਗ ਛਾਲਾ ਪਰ ਬੈਠੇ ਕਬੀਰ, ਕਹੇ ਕਬੀਰ ਕੋ ਸੰਗ ਨ ਸਾਥ, ਜਲ ਥਲ ਰਾਖਨ ਹੈ ਰਘੁਨਾਥ। ਜ਼ਾਲਮਾਂ ਦੀ ਇੱਥੇ ਹੀ ਬਸ ਨਹੀਂ ਹੋਈ। ਫਿਰ ਉਹਨਾਂ ਨੇ ਭਗਤ ਕਬੀਰ ਜੀ ਦੀਆਂ ਬਾਹਾਂ ਬੰਨ੍ਹ ਕੇ ਮਸਤ ਹਾਥੀ ਦੇ ਅੱਗੇ ਸੁੱਟ ਦਿੱਤਾ, ਪਰ ਹਾਥੀ ਭਗਤ ਕਬੀਰ ਜੀ ਨੂੰ ਆਪਣੇ ਪੈਰਾਂ ਹੇਠ ਲਿਤਾੜ ਕੇ ਮਾਰਨ ਦੀ ਥਾਂ ਆਪਣੀ ਸੂੰਡ ਨਾਲ ਭਗਤ ਜੀ ਨੂੰ ਨਮਸਕਾਰ ਕਰਦਾ ਰਿਹਾ। ਮਹਾਵਤ ਨੇ ਕ੍ਰੋਧ ਵਿੱਚ ਆ ਕੇ ਹਾਥੀ ਦੇ ਸਿਰ ਵਿੱਚ ਜ਼ੋਰ ਦੀ ਸੱਟ ਮਾਰੀ, ਪਰ ਹਾਥੀ ਭਗਤ ਜੀ ਨੂੰ ਪੈਰਾਂ ਹੇਠ ਲਿਤਾੜ ਕੇ ਮਾਰਨ ਦੀ ਥਾਂ ਚੀਕਾ ਮਾਰ ਮਾਰ ਕੇ ਹੋਰ ਪਾਸੇ ਨੂੰ ਭੱਜ ਉੱਠਿਆ। ਭਗਤ ਜੀ ਰੱਤੀ ਭਰ ਵੀ ਨਾ ਡਰੇ ਤੇ ਨਾ ਹੀ ਝੁਕੇ, ਸਗੋਂ ਆਪਣੇ ਨਿਸ਼ਚੇ ਤੇ ਅਡੋਲ ਰਹੇ। ਭਗਤ ਕਬੀਰ ਜੀ ਦੀ ਬਾਣੀ ਤੋਂ ਸਪਸ਼ਟ ਹੁੰਦਾ ਹੈ ਕਿ ਅਸਲ ਸੂਰਮਾ ਉਹ ਹੈ ਜੋ ਗਰੀਬਾਂ, ਨਿਤਾਣਿਆਂ, ਨਿਆਸਰਿਆਂ ਲਈ ਧਰਮ ਹੇਤ ਲੜਦਾ ਹੈ, ਯੁੱਧ ਵਿੱਚ ਟੋਟੇ ਟੋਟੇ ਹੋ ਕੇ ਸ਼ਹੀਦ ਹੋ ਜਾਂਦਾ ਹੈ, ਪਰ ਮੈਦਾਨੇ ਜੰਗ ਛੱਡ ਕੇ ਨਹੀਂ ਭੱਜਦਾ। ਉਹ ਆਪਣੀ ਜਾਨ ਬਚਾਉਣ ਲਈ ਨਾ ਤਾਂ ਪੈਰ ਪਿੱਛੇ ਹਟਾਉਂਦਾ ਹੈ ਅਤੇ ਨਾ ਹੀ ਗਰੀਬ ਦੀ ਬਾਂਹ ਛੱਡਦਾ ਹੈ। ਜਿਵੇਂ ਕਿ ਆਪ ਜੀ ਆਪਣੀ ਬਾਣੀ ਵਿੱਚ ਫਰਮਾਉਂਦੇ ਹਨ, ਸੂਰਾ ਸੋ ਪਹਿਚਾਨੀਐ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਭਗਤ ਜੀ ਦੀ ਬਾਣੀ ਵਿੱਚ ਦਰਸਾਇਆ ਗਿਆ ਭਗਤੀ ਮਾਰਗ ਪ੍ਰੇਮਾ ਭਗਤੀ ਦਾ ਮਾਰਗ ਹੈ। ਪ੍ਰੇਮਾ ਭਗਤੀ ਵਿੱਚ ਨਾ ਕੋਈ ਭੇਖ, ਨਾ ਕੋਈ ਅਡੰਬਰ ਅਤੇ ਨਾ ਹੀ ਕੋਈ ਡਰ ਹੁੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਭਗਤ ਕਬੀਰ ਜੀ ਦੇ 17 ਰਾਗਾਂ ਵਿੱਚ 229 ਸ਼ਬਦ ਅਤੇ 243 ਸਲੋਕ ਦਰਜ ਹਨ। ਉਸ ਵੇਲੇ ਬਨਾਰਸ ਦੇ ਪੰਡਤਾਂ ਦੁਆਰਾ ਇਹ ਭਰਮ ਵੀ ਪ੍ਰਚਲਿਤ ਸੀ ਕਿ ਜੇ ਮਨੁੱਖ ਬਨਾਰਸ ਵਿੱਚ ਮਰੇਗਾ ਤੇ ਉਹ ਸਵਰਗ ਵਿੱਚ ਜਾਵੇਗਾ ਤੇ ਜੇ ਮਗਹਰ ਵਿੱਚ ਮਰੇਗਾ ਤੇ ਉਹ ਨਰਕਾਂ ਵਿੱਚ ਜਾਵੇਗਾ। ਪਰ ਭਗਤ ਕਬੀਰ ਜੀ ਨੇ ਇਸ ਗੱਲ ਦਾ ਵੀ ਜ਼ੋਰਦਾਰ ਖੰਡਨ ਕੀਤਾ ਤੇ ਇਸ ਪ੍ਰਚਲਿਤ ਭਰਮ ਨੂੰ ਦੂਰ ਕਰਨ ਲਈ ਆਪਣੇ ਅੰਤਲੇ ਸਮੇਂ ਮਗਹਰ ਜਾ ਟਿਕੇ ਤੇ ਆਪਣੀ ਬਾਣੀ 'ਚ ਫਰਮਾਇਆ, ਜੈਸਾ ਮਗਹਰ ਤੈਸੀ ਕਾਸੀ ਹਮ ਇਹ ਕਹਿ ਕਰ ਜਾਨੀ। 1518 ਈਸਵੀ ਨੂੰ ਭਗਤ ਕਬੀਰ ਜੀ ਅਕਾਲ ਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ।
ਨਿਰਸੰਦੇਹ ਭਗਤ ਕਬੀਰ ਜੀ ਅਕਾਲ ਪੁਰਖ ਵਿੱਚ ਅਭੇਦ ਸਨ। ਹਰ ਜਨ ਹਰੀ ਨੂੰ ਸਿਮਰ ਕੇ ਹਰੀ ਦਾ ਹੀ ਰੂਪ ਹੋ ਗਿਆ ਸੀ। ਅਬ ਤਉ ਜਾਏ ਚढ़े ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਨੀ। ਵਿਰਸਾ ਸਿੱਖੀ ਦਾ ਚੈਨਲ ਵੱਲੋਂ ਆਪ ਸਾਰਿਆਂ ਨੂੰ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਬੇਅੰਤ ਵਧਾਈਆਂ।